ਅੱਛਾ ਭੈਣ ਦੱਸੋ ਬੱਚੇ ਨੂੰ ਕੀ ਮਸਲਾ ਸੀ? ਇਹ ਬੱਚੇ ਨੂੰ ਨਾ ਜੀ ਕਬਜ਼ ਦਾ ਮਸਲਾ ਸੀ ਜਿਹੜਾ ਹੁਣ ਨਾ ਖਤਮ ਹੋ ਗਿਆ। ਬੱਚੇ ਦੀ ਹੁਣ ਉਮਰ ਕਿਤਨੀ ਹੈ? 2 ਸਾਲ 2 ਮਹੀਨੇ। ਬੱਚਾ ਆਪਣਾ ਬਿਮਾਰ ਕਿਦੋਂ ਦਾ ਹੈ? 2 ਸਾਲ ਤੋਂ ਸ਼ੁਰੂ ਤੋਂ ਹੀ ਪੈਦਾਇਸ਼ ਤੋਂ ਤੀਸਰੇ ਦਿਨ ਬਾਅਦ ਹੋ ਗਿਆ ਸੀ ਕਿ ਪੈਦਾਇਸ਼ ਦੀ ਕਿੱਥੇ ਹੋਈ, ਨਾਰਮਲ ਕਿ ਆਪਰੇਸ਼ਨ? ਆਪਰੇਸ਼ਨ। ਆਪਰੇਸ਼ਨ ਹੋਇਆ। ਕਿੰਨੇ ਬੱਚੇ ਨੇ ਤੁਹਾਡੇ? 2 ਜੀ। 2 ਬੱਚੇ। ਦੂਸਰਾ ਬੱਚਾ ਮਾਸ਼ਾਅੱਲਾ ਠੀਕ ਠਾਕ ਹੈ? ਠੀਕ ਠਾਕ 9 ਸਾਲ ਦਾ ਹੈ। ਅੱਛਾ ਮਾਸ਼ਾਅੱਲਾ ਮਾਸ਼ਾਅੱਲਾ। ਹਾਂਜੀ ਬਿਲਕੁਲ। ਅੱਛਾ ਇਹਦਾ ਪੈਦਾਇਸ਼ ਆਪਰੇਸ਼ਨ ਹੋਈ ਆ ਤੇ ਉਸ ਤੋਂ ਬਾਅਦ ਬੱਚਾ ਬਿਮਾਰ ਕਿਦੋਂ ਹੋਇਆ? 3 ਦਿਨ ਤੋਂ ਬਾਅਦ। ਕੀ ਹੋਇਆ ਸੀ 3 ਦਿਨ ਤੋਂ ਬਾਅਦ? ਪੀਲਾ ਯਰਕਾਨ। ਯਰਕਾਨ ਤੋਂ ਬਾਅਦ ਦੱਸੋ। ਫਿਰ ਅਸੀਂ ਆਪਣੇ ਬੁਰੇ ਵਾਲੇ ਲੈ ਗਏ ਸ਼ਹਿਰ। ਅੱਛਾ ਜੀ। ਉੱਥੇ ਇਹਨੂੰ ਦਾਖਲ ਕਰਵਾਇਆ। ਅੱਛਾ ਜੀ। ਮਾਵਾਂ ਲਵਾਈਆਂ ਨੇ 2-3 ਦਿਨ ਤੋਂ ਇਹਦਾ ਲੈਵਲ ਡਾਊਨ ਹੀ ਨਹੀਂ ਹੋਇਆ। ਦਿਨ ਬ ਦਿਨ ਇਹਦਾ ਲੈਵਲ ਜਿਹੜਾ ਨਾ ਵੱਧਦਾ ਹੀ ਗਿਆ। ਅੱਛਾ ਅੱਛਾ ਜੀ। ਫਿਰ ਉਹਨਾਂ ਇਹਨੂੰ ਟ੍ਰਾਂਸਫਰ ਮੁਲਤਾਨ ਕੀਤਾ। ਅੱਛਾ ਜੀ। ਚਿਲਡਰਨ ਵਿੱਚ। ਅੱਛਾ ਜੀ। ਚਿਲਡਰਨ ਹਸਪਤਾਲ ਉੱਥੇ ਫਿਰ ਇਹਦਾ ਬਲੱਡ ਐਕਸਚੇਂਜ ਕਰਵਾਇਆ। ਅੱਛਾ ਜੀ। ਉਸ ਤੋਂ ਬਾਅਦ ਇਹਨੂੰ ਕੋਈ ਮਸਲਾ ਬਣਿਆ ਵੀ ਇਹਨੂੰ ਝਟਕੇ ਲੱਗਣੇ ਸ਼ੁਰੂ ਹੋ ਗਏ। ਕਿੰਨੇ ਦਿਨਾਂ ਬਾਅਦ? ਉੱਥੇ ਅਸੀਂ ਰਹੇ ਹਾਂ ਤਕਰੀਬਨ ਕੋਈ 10 ਦਿਨ। ਅੱਛਾ ਜੀ। ਫਿਰ? ਹਾਂਜੀ 10 ਦਿਨਾਂ ਤੋਂ ਬਾਅਦ ਜਦੋਂ ਘਰ ਵਾਪਸ ਆਇਆ ਨਾ ਤਾਂ ਉੱਥੇ ਸਾਨੂੰ ਮਹਿਸੂਸ ਹੋਇਆ ਕਿ ਵੀ ਇਹ ਨਾ ਨਾਰਮਲ ਹੈ। ਗਰਦਨ ਨਾ ਇੱਕ ਸਾਈਡ ਤੇ ਰੱਖਦਾ ਸੀ। ਅੱਛਾ। ਹਾਂਜੀ ਫਿਰ ਕਾਫੀ ਡਾਕਟਰ ਨੂੰ ਚੈੱਕ ਤਾਂ ਕਾਫੀ ਕਰਵਾਇਆ ਲੇਕਿਨ ਮੁਲਤਾਨ ਵੀ ਕਿਸੇ ਨੂੰ ਚੈੱਕ ਕਰਵਾਉਂਦੇ ਰਹਿ ਗਏ? ਨਹੀਂ ਉਸ ਤੋਂ ਬਾਅਦ ਅਸੀਂ ਮੁਲਤਾਨ ਕੋਈ ਨਹੀਂ ਗਏ। ਫਿਰ ਕਿਤੇ ਲੈ ਗਏ ਬੱਚੇ ਨੂੰ? ਜੋ ਝਟਕੇ ਲੱਗਣਾ ਘਰ ਤੁਸੀਂ ਲੈ ਕੇ ਆਂਦਾ ਬੱਚੇ ਨੂੰ ਝਟਕੇ ਲੱਗਣਾ ਸ਼ੁਰੂ ਹੋ ਗਏ, ਫਿਰ ਬਾਅਦ ਕੀ ਕੀਤਾ? ਡਾਕਟਰ ਫੈਸਲ ਜ਼ਫਰ ਆਂਦੇ ਸੀ ਮੁਲਤਾਨੋਂ ਇੱਥੇ। ਹਾਂ ਮੁਲਤਾਨ ਦੇ ਬੜੇ ਮਸ਼ਹੂਰ ਡਾਕਟਰ ਨੇ। ਹਾਂਜੀ ਨਿਊਰੋ ਸਰਜਨ ਨੇ। ਹਾਂਜੀ ਹਾਂਜੀ। ਅੱਛਾ ਜੀ। ਉਹਨਾਂ ਨੂੰ ਚੈੱਕ ਕਵਰ ਕਰਾਇਆ ਸੀ। ਫਿਰ ਉਹਨਾਂ ਨੇ ਉੱਥੇ ਬੁਲਾਇਆ ਉੱਥੇ ਆਦੇ ਮੁਲਤਾਨ ਆਦੇ ਹਸਪਤਾਲ ਉੱਥੇ ਦੀ MRI ਕਰਵਾਈ। ਅੱਛਾ ਜੀ। ਉਹ ਕਹਿੰਦੇ ਸੀ ਦਿਮਾਗ ਦੀ ਕਮਜ਼ੋਰੀ ਹੈ। ਅੱਛਾ ਜੀ। ਐਸਾ ਠੀਕ ਹੋ ਜਾਏਗੀ। ਯਾਨੀ ਕਿ ਝਟਕੇ ਲੱਗਦੇ ਨੇ ਤੇ ਦਿਮਾਗ ਦੀ ਕਮਜ਼ੋਰੀ ਹੈ? ਹਾਂਜੀ। ਅੱਛਾ ਜੀ। ਉਸ ਤੋਂ ਬਾਅਦ ਦੱਸੋ। ਉਸ ਤੋਂ ਬਾਅਦ ਫਿਰ ਕੋਈ ਨਹੀਂ ਅਸੀਂ ਤੇ ਇੰਨਾ ਨਾ ਉੱਥੋਂ ਆਦੇ ਸ਼ਹਿਰ ਹੋਈ ਜਿਹੜਾ ਬੱਚਿਆਂ ਵਾਲੇ ਡਾਕਟਰ ਨੂੰ ਚੈੱਕ ਜਿਹੜੀ ਮਤਲਬ ਕਿ ਦਵਾਈ ਹਲਕੀ ਫੁਲਕੀ ਲੈ ਆਂਦੇ ਹਾਂਜੀ, ਡਾਕਟਰ ਦੀ ਕੋਲ ਤੇ ਇਸਤੇਮਾਲ ਕਰਵਾਈ ਰੱਖੀ? ਹਾਂਜੀ ਹਾਂਜੀ। ਅਕੜੋ ਦੀ ਹਾਂ ਹਾਂ। ਜਿਸਮ ਵਿੱਚ ਅਕੜੋ ਬਹੁਤ ਜ਼ਿਆਦਾ ਸੀ। ਅੱਛਾ ਜੀ। ਬਾਜ਼ੂ ਪਿੱਛੇ ਰੱਖਣੇ। ਅੱਛਾ ਜੀ। ਕਬਜ਼ ਛਾਤੀ ਦਾ ਬੜਾ ਮਸਲਾ ਸੀ। ਇਹਦੀ ਛਾਤੀ ਬਹੁਤ ਖਰਾਬ ਹੁੰਦੀ ਸੀ। ਤੇ ਨਬਲਾਈ ਮੇਰਾ ਤੁਹਾਨੂੰ ਕਿਹਨੇ ਦੱਸਿਆ? ਅਸੀਂ ਤੁਹਾਡਾ ਟਿਕਟੌਕ ਤੇ ਦੇਖਿਆ ਸੀ। ਅੱਛਾ ਜੀ। ਕਿਹੜੀ ਜਗ੍ਹਾ ਤੋਂ ਆਏ ਸੀ ਭਾਈ? ਅਸੀਂ ਬੁਰੇ ਵਾਲੇ ਤੋਂ। ਬੁਰੇ ਵਾਲੇ ਤੋਂ ਆਏ ਸੀ? ਹਾਂਜੀ। ਤੇ ਹੁਣ ਨਾ ਜਦੋਂ ਅਸੀਂ ਤੁਹਾਡੇ ਕੋਲ ਦਵਾਈ ਲੈ ਕੇ ਗਏ ਨਾ 1 ਮਹੀਨਾ ਹੋ ਗਿਆ ਦਵਾਈ ਲੈ ਕੇ ਗਿਆ ਨੂੰ। ਅੱਛਾ ਇਹ ਤਕਰੀਬਨ 2 ਤਾਰੀਖ ਹੈ, ਚੌਥਾ ਮਹੀਨਾ ਹੈ। 2-4 ਨੂੰ ਲੈ ਕੇ ਗਏ ਸੀ। ਅੱਛਾ ਜੀ। 2-4 ਨੂੰ ਯਾਨੀ ਕਿ ਪਿਛਲੇ ਮਹੀਨੇ ਦੀ 2 ਤਰੀਕ ਨੂੰ? ਹਾਂਜੀ ਪਿਛਲੇ ਮਹੀਨੇ 2 ਤਰੀਕ ਨੂੰ ਲੈ 1 ਮਹੀਨਾ ਦਵਾਈ ਇਸਤੇਮਾਲ ਕਰਾਈ ਹੈ? 1 ਮਹੀਨਾ ਦਵਾਈ ਇਸਤੇਮਾਲ ਕੀਤੀ। ਅੱਛਾ ਹੁਣ ਦੱਸੋ ਕਿ 1 ਮਹੀਨੇ ਦੀ ਦਵਾਈ 'ਚ ਕੀ ਫਰਕ ਪਿਆ ਬੱਚੇ ਨੂੰ? ਜਿਹੜੇ ਨੂੰ 8-10 ਦਿਨ ਕਬਜ਼ ਹੁੰਦੀ ਸੀ ਨਾ, ਜਿਹਨੂੰ ਵਾਸ਼ਰੂਮ ਨਹੀਂ ਆਂਦਾ ਸੀ, ਪਖਾਨਾ ਨਹੀਂ ਆਂਦਾ ਸੀ, ਉਹ ਹੁਣ ਦਿਹਾੜੀ ਵਿੱਚ 2 ਦਫਾ 3 ਦਫਾ ਇਹਨੂੰ ਵਾਸ਼ਰੂਮ ਆਂਦਾ ਹੈਗਾ। ਅੱਛਾ ਜੀ। ਇਹਦੀ ਛਾਤੀ ਨਬਲਾਈਜ਼ ਕਰਦੇ ਸੀ ਦਿਨ ਵਿੱਚ 3-4 ਦਫਾ, ਰਾਤ ਨੂੰ 2-4 ਦਫਾ ਕਰਦੇ ਸੀ ਕਿਉਂਕਿ ਛਾਤੀ ਇੰਨੀ ਖਰਾਬ ਰਹਿੰਦੀ ਸੀ ਇੰਨੀ ਬੱਚੇ ਦੀ? ਖਰਾਬ ਰਹਿੰਦੀ ਸੀ। ਅੱਛਾ। ਲੇਕਿਨ ਉਹ 1 ਮਹੀਨੇ ਦੇ ਵਿੱਚ ਸਾਨੂੰ ਉਹ ਨਬਲਾਈਜ਼ ਨਹੀਂ ਕਰਨਾ ਪਿਆ, ਨਾ ਕਿਸੇ ਡਾਕਟਰ ਨਾਲ ਰਾਬਤਾ ਕਰਨਾ ਪਿਆ। ਵਾਹ ਜੀ ਵਾਹ ਮਾਸ਼ਾਅੱਲਾ। ਤੇ ਨੀਂਦ ਨਹੀਂ ਆਂਦੀ ਸੀ। ਹੁਣ ਦਿਨ ਨੂੰ ਨੀਂਦ ਵਾਸਤੇ ਕੋਈ ਦਵਾਈ ਸ਼ਵਾਈ ਦਿੰਦੇ ਹੁੰਦੇ ਸੀ ਪਹਿਲੇ ਬੱਚੇ ਨੂੰ? ਇੱਕ ਗੋਲੀ ਦਿੰਦੇ ਸੀ ਰਾਤ ਨੂੰ। ਕਿਹੜੀ ਗੋਲੀ? ਉਹ ਵਾਲੀਅਮ। ਅੱਛਾ ਵੋਲੀਅਮ ਦਿੰਦੇ ਸੀ? ਹਾਂਜੀ। ਅੱਛਾ ਇੱਕ ਗੋਲੀ ਪੂਰੀ ਦੇ ਦਿੰਦੇ ਸੀ ਬੱਚੇ ਨੂੰ? 5 mg ਵਾਲੀ। 5 mg ਪੂਰੀ ਗੋਲੀ ਬੱਚੇ ਨੂੰ ਦੇ ਦੇਣੀ? ਉਹਦੇ ਨਾਲ ਬੱਚਾ ਸੌਂਦਾ ਸੀ? ਹਾਂਜੀ। ਅਗਰ ਉਹ ਗੋਲੀ ਨਾ ਦਵੋ ਤਾਂ ਸੌਂਦਾ ਨਹੀਂ ਹੈਗਾ? ਨਹੀਂ ਸੌਂਦਾ ਸੀ। ਅੱਛਾ ਹੁਣ ਲੇਕਿਨ ਹੁਣ ਦਿਨ ਨੂੰ ਤਾਂ ਬਿਲਕੁਲ ਹੀ ਨਹੀਂ ਸੌਂਦਾ ਸੀ। ਤੇ ਅਗਰ ਸੌਂਦਾ ਸੀ ਤੇ ਅਸੀਂ ਕੋਲ ਬੈਠਦੇ ਸੀ ਵੀ ਝਟਕੇ ਬਹੁਤ ਲੱਗਦੇ ਸੀ। ਹਾਂ ਹਾਂ। ਲੇਕਿਨ ਹੁਣ ਮਹੀਨਾ ਦਵਾਈ ਜਦੋਂ ਇਸਤੇਮਾਲ ਸ਼ੁਰੂ ਕੀਤੀ ਹੈ ਨਾ ਉਸ ਤੋਂ ਪਿੱਛੇ ਆਪ ਇਕੱਲਾ ਹੀ ਸੁੱਤਾ ਰਹਿੰਦਾ। ਇਹਨੂੰ ਕੋਈ ਮਸਲਨ ਝਟਕੇ ਜਿਹੜੇ ਨਾ ਬਹੁਤ ਹੀ ਘਟ ਗਏ, ਬਹੁਤ ਜ਼ਿਆਦਾ। ਪਹਿਲੇ ਝਟਕੇ ਨੂੰ ਕਿਵੇਂ ਲੱਗਦੇ ਸੀ? ਰੋਜ਼ਾਨਾ ਝਟਕੇ ਲੱਗਦੇ ਸੀ ਜਾਂ ਦਿਨ 'ਚ ਕਈ ਦਫਾ ਲੱਗ ਜਾਂਦੇ ਸੀ? ਨਹੀਂ ਜਿਸ ਟਾਈਮ ਹੀ ਸੌਂਦਾ ਸੀ ਝਟਕੇ ਲੱਗਦੇ ਸੀ। ਅੱਛਾ। ਹਾਂਜੀ। ਭਾਵੇਂ ਦਿਨ ਦੇ ਟਾਈਮ ਸੋਵੇ ਤੇ ਭਾਵੇਂ ਰਾਤ ਨੂੰ ਸੋਵੇ? ਰਾਤ ਨੂੰ ਸੋਵੇ। ਅੱਛਾ ਜੀ। ਰਾਤ ਨੂੰ ਘੱਟ ਹੁੰਦੇ ਸੀ, ਦਿਨ ਨੂੰ ਜ਼ਿਆਦਾ ਹੁੰਦੇ ਸੀ। ਅੱਛਾ ਜੀ। ਹਾਂਜੀ ਸਹੀ ਹੈ। ਤੇ ਜ਼ਿਆਦਾ ਤੋਂ ਜ਼ਿਆਦਾ 10 ਤੋਂ 15 ਮਿੰਟ 20 ਮਿੰਟ ਜ਼ਿਆਦਾ, ਇਸ ਤੋਂ ਜ਼ਿਆਦਾ ਨਹੀਂ ਸੌਂਦਾ ਸੀ। ਅੱਛਾ। ਹਾਂਜੀ। ਰਾਤ ਹੋਵੇ ਭਾਵੇਂ ਦਿਨ ਹੋਵੇ? ਦਿਨ ਨੂੰ ਭਾਵੇਂ ਰਾਤ ਹੋਵੇ ਜੀ। ਹੁਣ ਮਾਸ਼ਾਅੱਲਾ ਰਾਤ ਨੂੰ ਤਕਰੀਬਨ ਕੋਈ 7 ਵਜੇ 8 ਵਜੇ ਸੌਂਦਾ, ਕੋਈ 12-1 ਵਜੇ। ਅਵਲਨ ਤਾਂ ਉੱਠਦਾ ਨਹੀਂ ਸਾਰੀ ਰਾਤ, ਨਹੀਂ ਤਾਂ 11-12 ਵਜੇ ਉੱਠੇਗਾ। ਭੁੱਖ ਲੱਗੇਗੀ ਤੈਨੂੰ? ਹਾਂਜੀ। ਤੇ ਜਾਂ ਸਵੇਰ ਨਾਲ 2-3 ਵਜੇ ਉੱਠੇਗਾ। ਭਾਈ ਰਾਤ 'ਚ 1-2 ਦਫਾ ਉੱਠਦਾ। ਅੱਛਾ ਜੀ। ਹੁਣ ਨੀਂਦ ਪ੍ਰੋਪਰ ਇਹਨੂੰ ਨਾ ਠੀਕ ਆ ਰਹੀ ਹੈ। ਦਿਨ ਨੂੰ ਵੀ 2 ਦਫਾ ਸੌਂ ਜਾਂਦਾ। ਅੱਛਾ ਮਾਸ਼ਾਅੱਲਾ। 2-2 3-3 ਘੰਟੇ ਦਿਨੇ ਵੀ ਸੁੱਤਾ ਰਹਿੰਦਾ। ਹਾਂਜੀ। ਤੇ ਰਾਤ ਨੂੰ ਵੀ ਸੁੱਤਾ ਰਹਿੰਦਾ। ਠੀਕ ਹੈ। ਹਾਂਜੀ। ਇੱਕ ਬੱਚੇ ਦੀ ਛਾਤੀ ਮਾਸ਼ਾਅੱਲਾ ਕਾਫੀ ਹੱਦ ਤੱਕ ਬਿਹਤਰ ਹੋ ਗਈ? ਬਹੁਤ ਜ਼ਿਆਦਾ। ਸਾਨੂੰ ਮਹੀਨੇ 'ਚ ਨਾ ਡਾਕਟਰ ਕੋਲ ਜਾਣਾ ਪਿਆ ਤੇ ਨਾਲ ਨਬਲਾਈਜ਼ ਕਰਨਾ ਪਿਆ, ਨਹੀਂ ਤਾਂ ਕਬਜ਼ ਬੱਚੇ ਨੂੰ 5-5 6-6 ਦਿਨ ਪਖਾਨਾ ਨਹੀਂ ਸੀ ਆਉਂਦਾ? 8-8 10-10 ਦਿਨ ਨਹੀਂ ਆਉਂਦਾ। ਅੱਛਾ ਯਾਨੀ ਕਿ ਕੋਈ ਨਾ ਕੋਈ ਬੱਤੀ ਦੇਣੀ ਪੈਂਦੀ ਸੀ ਜਾਂ ਕੋਈ ਸਿਰਪ ਦੇਣਾ ਪੈਂਦਾ ਸੀ? ਸਿਰਕਿਲੈਕਸ ਕਤਰੇ ਦੇਣੇ ਪੈਂਦੇ ਸੀ? ਉਸ ਦੇ ਬਾਵਜੂਦ ਵੀ ਨਹੀਂ ਆਉਂਦਾ ਸੀ। ਅੱਛਾ। ਕਤਰੇ ਵੀ ਰੋਜ਼ ਯੂਜ਼ ਕਰਦੇ ਸੀ। 5-7 10-15 ਕਤਰੇ ਵੀ ਪਾਉਂਦੇ ਸੀ ਦੁੱਧ ਦੇ।
ਫਿਰ ਵੀ ਰਾਤ ਮਤਲਬ ਸੌਣ ਨਾਲ, ਫਿਰ ਵੀ 4 ਦਿਨ 5 ਦਿਨ ਤੋਂ ਬਾਅਦ ਆਂਦਾ। ਅੱਛਾ, ਮੇਰੀ ਦਵਾਈ ਦੇ ਨਾਲ ਤੁਸੀਂ ਕਬਜ਼ ਵਾਲੀ ਕੋਈ ਦਵਾਈ ਇਸਤੇਮਾਲ ਕੀਤੀ ਹੈ ਜਾਂ ਆਪਣੇ ਆਪ ਬੱਚਾ ਬਹਾਨਾ ਕਰਨਾ? ਨਹੀਂ ਉਹ ਇਸਤੇਮਾਲ ਕੀਤੀ ਦਵਾਈ। ਕਿਹੜੀ ਸ਼ੈ ਹੈ? ਜਿਹੜੀ ਤੁਸੀਂ ਕਬਜ਼ ਵਾਸਤੇ ਨਹੀਂ, ਉਹ ਕੇਸੂ ਦੇ ਫੁੱਲ ਸੀ ਮੇਰਾ ਖਿਆਲ। ਨਹੀਂ, ਅੰਬਲਤਾਸ ਦਾ ਕਾਵਾ ਸੀ। ਅੰਬਲਤਾਸ ਬਣਾਈ ਸੀ। ਅੱਛਾ, 2 ਕੱਪ ਪਾਣੀ ਦੇ ਵਿੱਚ ਨਾ 1 ਕੱਪ ਰਹਿ ਗਿਆ ਸੀ, ਫਿਰ ਜਦੋਂ ਉਹ ਬਣਾਇਆ ਸੀ। ਤੁਸੀਂ ਅੰਬਲਤਾਸ ਕਿੰਨੀ ਕੁ ਪਾਈ ਸੀ ਤੇ ਉਹਦਾ ਗੁੱਦਾ ਕੱਢ ਕੇ? ਉਹ ਮੇਰਾ ਖਿਆਲ ਹੈ 2 ਨਾਲੀਆਂ ਮੁਕੰਮਲ ਤੋੜ ਕੇ ਵਿੱਚ ਪਾ ਲੀਆਂ ਸੀ? ਹਾਂਜੀ, 1 ਪਾਈ ਹੈ। ਅੱਛਾ, 1 ਪਾਈ ਸੀ। ਅੱਛਾ, ਹੁਣ 2 ਫਿਰ ਲੈ ਆਂਦੀਆਂ ਸੀ ਬਾਅਦ ਦੇ, ਫਿਰ ਉਹਨਾਂ ਦਾ 2 ਦਾ ਬਣਾਇਆ। ਪਾਇਨ ਇਹ ਨਾ ਸੀਪੀ ਚਾਈਲਡ ਬੱਚੇ ਬਹੁਤ ਜ਼ਿਆਦਾ ਨੇ ਸਾਡੇ ਪਾਕਿਸਤਾਨ ਦੇ ਵਿੱਚ, ਪਿੱਛੇ ਪਤਾ ਨਹੀਂ 4-5 ਸਾਲਾਂ ਤੋਂ ਬਹੁਤ ਜ਼ਿਆਦਾ ਹੋ ਗਏ ਨੇ। ਤੁਸੀਂ ਲੋਕਾਂ ਨੂੰ ਦੱਸੋਗੇ ਅਗਰ ਕਬਜ਼ ਰਵੇ ਇਹਨਾਂ ਬੱਚਿਆਂ ਨੂੰ ਤੇ ਤੁਸੀਂ ਕੀ ਦਿਓ ਉਹਨਾਂ ਦੇ ਕਿ ਬੱਚਿਆਂ ਦੀ ਕਬਜ਼ ਮੁਸਤਕਿਲ ਤੌਰ ਤੇ ਠੀਕ ਹੋ ਜਾਵੇ? ਇਹ ਜਿਹੜਾ ਤੁਸੀਂ ਕਾਵਾ ਦਿੱਤਾ ਆਪਣੇ ਬੱਚੇ ਨੂੰ, ਆਇਆ ਕਿ ਇਹਨਾਂ ਨੂੰ ਦੇਣਾ ਚਾਹੀਦਾ? ਕਿਉਂਕਿ ਜਿੰਨੇ ਵੀ ਬੱਚੇ ਨੇ ਸਾਰੇ ਜਾਂ ਤੇ ਸਿਲਕੀ ਲੈਕਸ ਕਤਰੇ ਪੀਂਦੇ ਨੇ, ਜਾਂ ਇਹਨਾਂ ਨੂੰ ਬੱਤੀ ਦੇਣੀ ਪੈਂਦੀ ਹੈ ਤਾਂ, ਜਾਂ ਫਿਰ ਉਹ ਸਿਰਪ ਹੁੰਦਾ ਡੋਫਾਲਿਕ ਹੁੰਦਾ ਕਬਜ਼ ਵਾਸਤੇ, ਜਾਂ ਲਾਈਲੈਕ ਹੁੰਦਾ, ਹੋਰ ਵੀ ਕਾਫੀ ਸਾਰੇ ਸਿਰਪ ਹੁੰਦੇ ਨੇ। ਹਾਂਜੀ ਬਿਲਕੁਲ ਐਵੇਂ ਜੀ। ਇਹ ਅੰਬਲਤਾਸ ਦਾ ਕਾਵਾ ਕੈਸੀ ਹੈ? ਬਹੁਤ ਅੱਛੀ, ਬਹੁਤ 100% ਜ਼ਬਰਦਸਤ। ਇੱਕ ਤੇ ਇਹਦੇ ਨਾਲ ਕਬਜ਼ ਖਤਮ ਹੁੰਦੀ ਆ, ਦੂਆ ਇਹਦੇ ਨਾਲ ਬੱਚੇ ਦਾ ਆਰਾਮ ਦੇ ਨਾਲ ਪਖਾਨਾ ਜਿਹੜਾ ਨਾ ਖੁੱਲ ਕੇ ਆਂਦਾ ਔਰ ਬਲਗਮ ਜਿਹੜਾ ਪਖਾਨੇ ਜ਼ਰੀਏ ਨਿਕਲ ਜਾਂਦਾ। ਬਿਲਕੁਲ ਐਵੇਂ ਜੀ, ਬਿਲਕੁਲ। ਪਹਿਲੇ ਇੱਕ ਛੋਟਾ ਬੱਚਾ ਹੈ, ਉਹਨੂੰ ਤੇ ਪਤਾ ਹੀ ਨਹੀਂ ਹੈ ਉਹ ਸਾਰਾ ਬਲਗਮ ਨਿਕਲਦਾ ਨਾਲ। ਹਾਂਜੀ ਹਾਂਜੀ ਹਾਂਜੀ। ਇੱਕ ਛੋਟਾ ਬੱਚਾ ਉਹ ਖੰਗਾਰ ਤੇ ਲੈ ਨਹੀਂ ਸਕਦਾ, ਬਲਗਮ ਨੂੰ ਕਿਵੇਂ ਬਾਹਰ ਕੱਢ ਸਕਦੇ ਹੋ ਮੈਨੂੰ? ਬਿਲਕੁਲ ਐਵੇਂ ਜੀ। ਤੇ ਹੁਣ ਤਾਂ ਇੰਪਰੂਵਮੈਂਟ ਕਾਫੀ ਹੈ 1 ਮਹੀਨੇ ਚ ਬੱਚੇ ਦੀ। ਝਟਕੇ ਨੇ ਦੱਸੋ, ਝਟਕੇ ਹੁਣ ਕਿਵੇਂ ਲੱਗਦੇ ਨੇ? ਪਹਿਲੇ ਤਾਂ ਬਹੁਤ ਜ਼ਿਆਦਾ ਝਟਕੇ ਲੱਗਦੇ ਸਨ ਨਾ। ਹੁਣ ਝਟਕੇ ਬਹੁਤ ਹੀ ਘੱਟ ਲੱਗਦੇ ਨੇ। ਅੱਛਾ, ਕਿੰਨੀ ਦਫਾ ਲੱਗ ਜਾਂਦੇ ਨੇ ਮਤਲਬ ਕਿ ਹੁਣ ਵੀ ਅਗਰ ਲੱਗਣ ਤਾਂ? ਬਸ ਸ਼ਾਦੋ ਨਾਦਰ ਕਦੇ ਕਿਸੇ ਟਾਈਮ ਲੱਗਦੇ ਆ। ਪਹਿਲੇ ਕਿਵੇਂ ਲੱਗਦੇ ਸੀ? ਪਹਿਲੇ ਤਾਂ ਬਹੁਤ ਜ਼ਿਆਦਾ ਲੱਗਦੇ ਸੀ। ਅੱਛਾ, ਹਾਂਜੀ। ਇਸ ਤੋਂ ਇਲਾਵਾ ਮੈਂ ਸੁੱਤਾ ਪਿਆ ਨਾ ਤੇ ਯਕਦਮ ਇਸ ਤਰੀਕੇ ਕਰਨਾ ਤੇ ਅੱਖ ਖੁੱਲ ਜਾਣੀ, ਅੱਖ ਖੁੱਲ ਜਾਂਦੀ, ਫਿਰ ਰੋਣਾ ਸ਼ੁਰੂ ਕਰ ਦੇਣਾ। ਹਾਂ, ਤੇ ਬਾਰ-ਬਾਰ ਫਿਰ ਨਾ ਇਸੇ ਤਰੀਕੇ ਬਾਰ-ਬਾਰ ਨਾ ਯਕਦਮ ਸੁੱਤਾ ਪਿਆ ਜਿਵੇਂ ਕੋਈ ਬੱਚਾ ਡਰ ਨਹੀਂ ਜਾਂਦਾ। ਹਾਂਜੀ ਹਾਂਜੀ ਹਾਂਜੀ, ਇਸ ਤਰੀਕੇ ਇਹ ਬੱਚੇ ਭਾਂ ਤਬਕਦੇ ਬਹੁਤ ਜ਼ਿਆਦੇ ਆ। ਹਲਕਾ ਜਿਹਾ ਕੋ ਬਰਤਨ ਡਿੱਗਿਆ, ਖੜਾਕ ਹੋਇਆ, ਤਬਕ ਜਾਣਾ। ਹਾਂਜੀ ਹਾਂਜੀ, ਦਰਵਾਜ਼ਾ ਜ਼ੋਰ ਕੇ ਵੱਜ ਜਾਵੇ ਤਾਂ ਤਬਕ ਜਾਣਾ। ਬਿਲਕੁਲ ਐਵੇਂ ਜੀ, ਬਿਲਕੁਲ। ਡਰਦਾ ਬਹੁਤ ਹੈ, ਹਲੇ ਵੀ ਡਰਦਾ ਹੈ ਜੀ। ਮਸਲਾ ਇਹਦੇ ਤੇ ਸਿਰ ਤੇ ਟੋਪੀ ਰੱਖ ਦਿਓ, ਕੋਈ ਚੀਜ਼ ਹੱਥ ਫੜਾਓ ਤੇ ਰੋਣਾ ਸ਼ੁਰੂ ਕਰ ਦੇ, ਰੋਲਾ ਬੜਾ ਪਿਆ। ਸਾਈਕਲ ਹੀ ਤੇ ਬਿਠਾ ਦਿਓ। ਹਾਂਜੀ। ਤੇ ਅਕੜਾਓ ਪਾਣੀ ਬਹੁਤ ਘੱਟ ਆ ਜੀ। ਅੱਛਾ, ਅੱਗੇ ਬਹੁਤ ਜ਼ਿਆਦਾ ਸੀ ਅਕੜਾਓ ਪਾਣੀ, ਲੇਕਿਨ ਹੁਣ ਬਹੁਤ ਘੱਟ ਅਕੜਾਓ ਪਾਣੀ। ਮਾਸ਼ਾਅੱਲਾ, ਹੁਣ ਬੱਚਾ ਤੇ ਬਹੁਤ ਪਿਆਰਾ, ਮਤਲਬ ਕਿ ਅੱਛੀ ਅੱਛੀ ਦੀ ਵੀਡੀਓ ਬਣ ਰਹੀ ਹੈ। ਅੱਛਾ, ਗਰਦਨ ਨੂੰ ਝੱਲਦਾ ਕਿ ਨਹੀਂ? ਗਰਦਨ ਸਹਾਰਦਾ? ਨਹੀਂ, ਅਜੇ ਗਰਦਨ ਵਾਲਾ ਨਹੀਂ ਹੈ। ਅੱਛਾ, ਗਰਦਨ ਅੱਗੇ ਨਾਲ ਕੋਈ ਬਿਹਤਰ ਹੋਈ ਹੈ? ਬਿਹਤਰ ਹੈ ਅੱਗੇ ਨਾਲੋਂ, ਲੇਕਿਨ ਨਾ ਕੋਈ 5-10%। ਅੱਛਾ ਭੈਣ, ਤੁਹਾਨੂੰ ਮੈਂ ਇੱਕ ਮਾਲਿਸ਼ ਦੱਸੀ ਸੀ ਦੇਸੀ ਘਿਓ ਵਾਲੀ, ਉਹ ਕਰਦੇ ਹੁੰਦੇ ਕਿ ਨਹੀਂ? ਮਾਲਿਸ਼ ਕਰਦੇ ਹੁੰਦੇ ਆ। ਇਹ ਬਾਜੇ ਲਗਾਉਂਦੇ ਹੋ ਇੱਥੇ ਮੱਥੇ ਤੇ ਦੇਸੀ ਘਿਓ, ਤੇ ਇੱਥੇ ਵੀ ਲਗਾਉਂਦੇ ਹੋ? ਪੂਰੇ ਜਿਸਮ ਤੇ ਜੀ। ਟਕੋਰ ਵੀ ਕਰਦੇ ਹੁੰਦੇ ਆ ਜੀ, ਜਿਹੜੇ ਤੁਸੀਂ ਟਕੋਰ ਵੀ ਦੱਸੇ ਸੀ। ਹਾਂ ਹਾਂ। ਤੇ ਉਹ ਸੁਹਾਗਾ ਛਾਤੀ ਵਾਸਤੇ ਉਹ ਜ਼ਬਰਦਸਤ ਫਾਰਮੂਲਾ ਹੈ ਜੀ, ਬੜਾ ਹੀ ਜ਼ਬਰਦਸਤ ਫਾਰਮੂਲਾ। ਅਸੀਂ ਤਾਂ ਬਚ ਗਏ ਹਾਂ ਜੀ, ਰੋਜ਼ਾਨਾ ਡਾਕਟਰ ਕੋਲ ਜਾਣਾ ਪੈਂਦਾ ਸੀ। ਉਹ ਐਂਟੀਬਾਇਓਟਿਕ ਲਵਾ ਕੇ ਨਾ ਵਿਚਾਰੇ ਨੂੰ ਅਸੀਂ ਥੱਕ ਗਏ ਹਾਂ ਜੀ। 2 ਸਾਲ ਐਂਟੀਬਾਇਓਟਿਕ ਦਿਨ ਚ 1 ਦਫਾ 2 ਦਫਾ ਸਾਨੂੰ ਲਾਜ਼ਮੀ ਡਾਕਟਰ ਕੋਲ ਜਾਣਾ ਪੈਂਦਾ ਸੀ, ਤੇ ਹੁਣ ਮਹੀਨਾ ਅਸੀਂ ਡਾਕਟਰ ਕੋਲ ਨਹੀਂ ਗਏ। ਅੱਲਾਹ ਪਾਕ ਆਸਾਨੀਆਂ। ਹਾਂਜੀ ਬਾਜੀ, ਦੇਖ ਲਓ ਜੋ ਅਸਾਂ ਦਵਾਈਆਂ ਦਿੰਦੇ ਆ ਜਾਂ ਜੋ ਦੱਸਦੇ ਆ ਨਾ, ਉਹ ਸਿਰਫ ਨੈਚੁਰਲ ਚੀਜ਼ਾਂ ਨੇ, ਇਹਦੇ ਚ ਕੋਈ ਕਿਸਮ ਦੀ ਸੁਹਾਗਾ ਚ ਹਾਂ ਹੱਸਦਾ ਵੀ ਏ ਬਹੁਤ ਜ਼ਿਆਦਾ। ਤੁਸੀਂ ਗੱਲਾਂ ਕਰੋ ਤੇ ਤੁਹਾਨੂੰ ਦਿੰਦਾ ਜਵਾਬ, ਮਾੜਾ ਮੋਟਾ ਰਿਸਪੌਂਸ ਦਿੰਦਾ? ਹੱਸਦਾ ਹੈ ਜੀ ਬਹੁਤ, ਸਿਰਫ ਹੱਸਦਾ ਹੈ ਬਸ। ਮੋਟਰਸਾਈਕਲ ਵੇਖ ਲਵੇ ਤਾਂ ਫਿਰ ਬਹੁਤ, ਮੈਨੂੰ ਵੇਖ ਲਵੇ ਨਾ ਜੀ ਮੋਟਰਸਾਈਕਲ ਤੇ ਫਿਰ ਇਹਨੂੰ ਸਹੀ ਹੈ। ਨਾ ਚੱਕਰ ਕੱਢੀ ਰੱਖਦਾ 4 ਵਜੇ। ਇਹਦੀ ਵਰਦਿਸ਼ ਵਗੈਰਾ ਕਰਵਾਉਂਦੇ ਹੁੰਦੇ ਬਾਈ? ਵਰਦਿਸ਼ ਨਹੀਂ, ਕੋਈ ਨਹੀਂ ਕਰਵਾਉਂਦਾ ਯਾਰ। ਇਹ ਕਿਉਂ ਨਹੀਂ? ਇਹ ਸਭ ਨਾਲੋਂ ਮੇਨ ਚੀਜ਼ ਤੁਸੀਂ ਕਿਉਂ ਨਹੀਂ ਕਰਵਾਈ? ਬਸ ਅਫੋਰਡ ਹੀ ਨਹੀਂ ਕਰ ਸਕਦੇ ਜੀ। ਨਹੀਂ, ਵਰਦਿਸ਼ ਅਫੋਰਡ ਨਹੀਂ, ਮਤਲਬ ਕਿ ਤੁਸੀਂ ਆਪ ਖੁਦ ਹੀ ਕਰਨੀ ਹੈ ਘਰ ਬਸ ਐਵੇਂ ਜੀ ਮਾਮਲਾਤ, ਬਸ ਘਰ ਦੇ ਕੰਮ ਕਾਜ, ਬਾਹਰ ਡੇਰੇ ਦੇ ਕੰਮ ਕਾਜ, ਜਾਨਵਰਾਂ ਦੇ ਅੱਗੇ ਪਿੱਛੇ। ਜਾਨਵਰ ਰੱਖੇ ਹੋਏ ਨੇ? ਆਦ ਹੈ ਹਾਂਜੀ, ਜਾਨਵਰ ਵੀ ਹੈ ਨਾ, ਆਦਾ ਥੋੜਾ ਬਹੁਤਾ ਰਕਬਾ ਹੀ ਹੈ ਜੀ। ਅੱਛਾ, ਮਾਸ਼ਾਅੱਲਾ। ਬਾਜੀ, ਜਿਸ ਤਰ੍ਹਾਂ ਡਾਕਟਰ ਵਰਦਿਸ਼ ਕਰਵਾਉਂਦੇ ਆ ਨਾ, ਤੁਸੀਂ ਇੱਕ ਵਾਰੀ ਉਹਦੀ ਵੀਡੀਓ ਬਣਾ ਲਓ ਡਾਕਟਰ ਦੇ ਬਾਅਦ, ਜਿਵੇਂ ਵਰਦਿਸ਼ ਕਰਵਾ ਰਿਹਾ, ਘਰ ਉਹ ਵਰਦਿਸ਼ ਆਪ ਹੀ ਕਰਵਾ ਲਿਆ ਕਰੋ। ਬਾਰ-ਬਾਰ ਕਿਸੇ ਡਾਕਟਰ ਕੋਲ ਲੈ ਕੇ ਜਾਣ ਦੀ ਲੋੜ ਹੀ ਕੋਈ ਨਹੀਂ ਇਹਨੂੰ। ਅਸੀਂ ਤਾਂ ਮਸ਼ੀਨ ਵੀ ਔਰ ਮਸ਼ੀਨ ਵੀ ਰੱਖੀ ਹੋਈ ਜਿਹੜੀ ਉਹ ਲੱਗ ਜਾਂਦੀ ਹੈ ਇੱਥੇ ਦੂਸਰੇ ਤੇ ਗੋਡਿਆਂ ਤੇ, ਤੇ ਇੱਥੋਂ ਗਿੱਟਿਆਂ ਤੇ, ਕੂਹਣੀਆਂ ਤੇ ਇੱਥੇ। ਉਹ 10,000 ਦੀ ਮਸ਼ੀਨ ਵੀ ਰੱਖੀ, ਉਹਦੇ ਨਾਲ ਨਾ ਵਾਈਬ੍ਰੇਸ਼ਨ ਲੱਗਦੀ, ਵੇਨਾਂ ਚੱਲਦੀਆਂ ਨੇ। ਵੇਨਾਂ ਚੱਲਦੀਆਂ ਨੇ, ਹਾਂਜੀ, ਉਹ ਵੀ ਲਾ ਕੇ ਰੱਖੀ ਹੋਈ ਹੈ।
ਇਹਦੀ ਹੱਥ ਨਾਲ ਹੀ ਵਰਦਿਸ਼ ਕਰਵਾਇਆ ਕਰੋ, ਹਰ ਜੋੜ ਦੀ ਵਰਦਿਸ਼ ਕਰਵਾ, ਜਿਹੜਾ ਜੋੜ ਮੂਵ ਨਹੀਂ ਨਾ ਹੁੰਦਾ, ਹਰਕਤ ਨਹੀਂ ਕਰਦਾ, ਉਹਦੀ ਵਰਦਿਸ਼ ਕਰਵਾਣੀ ਹੈ। ਠੀਕ ਹੈ। ਮਾਲਿਸ਼ ਜਿਸ ਤਰ੍ਹਾਂ ਮਾਲਿਸ਼ ਕਰਦੇ ਹੁੰਦੇ ਨਾਲ ਵਰਦਿਸ਼ ਵੀ ਕਰਵਾਇਆ ਕਰੋ ਬੱਚੇ ਦੀ ਜੀ। ਠੀਕ ਹੈ। ਅਗਰ ਤੇ ਹੱਥ ਪੈਰ ਠੀਕ ਤਰੀਕੇ ਨਾਲ, ਮਤਲਬ ਕਿ ਥੋੜਾ ਬਹੁਤਾ ਉਹਨਾਂ ਦੇ ਵਿੱਚ ਕੜਾਓ ਰਵੇ ਤੇ ਬਾਕੀ ਨਰਮ ਹੋ ਜਾਂਦੇ, ਬੱਚਾ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਹਰਕਤ ਦੇ ਸਕੇਗਾ, ਹਿਲਾ ਸਕੇਗਾ, ਜਿਵੇਂ ਆਮ ਨਾਰਮਲ ਬੱਚੇ ਹੁੰਦੇ ਨੇ। ਇਸ ਬੱਚੇ ਨੂੰ ਬੈੱਡ ਦੇ ਉਲਟਾ ਲਟਾਇਆ ਕਰੋ। ਉਲਟਾ ਲਟਾਈਏ ਨਾ ਫਿਰ ਗਰਦਨ ਬੜੀ ਚੁੱਕਦਾ ਹੈ ਜੀ, ਕਿਉਂਕਿ ਉਹ ਥੱਲੇ ਬੈੱਡ ਵਾਲ ਤਾਂ ਬੱਚਾ ਵੇਖਦਾ ਕਿ ਨਹੀਂ, ਉੱਤੇ ਉਹਨੂੰ ਵੇਖਦਾ ਕਿ ਗਾੜੀ ਮੈਂ ਵੇਖਾਂ ਕੀ ਹੋ ਰਿਹਾ। ਗਰਦਨ ਉੱਪਰ ਬੜੀ ਚੁੱਕਦੀ। ਬਾਕੀ ਅੱਲਾਹ ਪਾਕ ਸੇਧ ਦੇਗਾ ਇਨਸ਼ਾਅੱਲਾ। ਇੱਕ ਮਹੀਨੇ ਚ ਤੁਸੀਂ ਕਹਿੰਦੇ ਹੋ ਕਾਫੀ ਇੰਪਰੂਵਮੈਂਟ ਹੈ ਬੱਚੇ ਦੇ ਵਿੱਚ। ਬਹੁਤ ਜ਼ਿਆਦਾ। ਅੱਛਾ, ਅੱਲਾਹ ਪਾਕ ਸੇਧ ਦੇਗਾ ਇਨਸ਼ਾਅੱਲਾ। ਅੱਲਾਹ ਤਾਲਾ। ਕੀ ਨਾਂ ਇਹਦਾ? ਹਬੀਲ? ਮੁਹੰਮਦ ਹਾਬੀਲ। ਹਾਬੀਲ। ਓਕੇ।